रोजाना लोकनाथ टीवी का स्पैशल प्रोग्राम खबर सवेर ते तुहाडे नाल हां। गुरप्रीत सिंह चट्ठा चर्चा करांगे हुण तक दीआं वड्डियां ते सियासी खबरां नूं लैके। सब तो पहलां गल करदे हां चरणजीत सिंह चन्नी दी। चरणजीत चन्नी दीआं मुश्किलां एक बार फिर तो वधदियां नज़र आ रहीआं ने। आखिर की है मामला, इस नूं लैके चर्चा करांगे ते नाल ही गलबात करांगे सुमेध सिंह सैनी दी। सुमेध सिंह सैनी नूं वड्डी राहत दित्ती गई है कोर्ट दे वल्लों। की राहत दित्ती गई है ते क्यों दित्ती गई है, इस नूं लैके भी चर्चा करांगे ते नाल ही गल करांगे कैप्टन अमरिंदर सिंह दी। कैप्टन अमरिंदर सिंह दे वल्लों किसानां दे नाल एक वड्डा वादा कीता गया है। की वादा कीता गया उस नूं लैके भी चर्चा करांगे ते उधर पंजाबी गायक सिद्धू मूसेवाला जो कि मानसा तो कांग्रेस के उम्मीदवार भी ने, उन्हां दे बारे गल करांगे। सिद्धू मूसेवाला नूं एक वड्डा झटका लगदा विखाई दे रहा है, उसके बारे भी चर्चा करांगे। ते अज इस प्रोग्राम दे विच साडे नाल शामिल ने डॉक्टर भीमेंद्र सिंह। सब तो पहला असीं प्रोग्राम दे विच उन्हां दा स्वागत करांगे। डॉक्टर साहब, प्रोग्राम दे विच निघा स्वागत है जी। बहुत बहुत शुक्रिया, मेहरबानी, धन्यवाद गुरप्रीत जी। डॉक्टर साहब, जिस तरीके दे नाल गल जी करिए सुमेध सिंह सैनी दी, तां सुमेध सिंह सैनी नूं एक वड्डी राह दित्ती गई है। ਆਪਾਂ ਇਹ ਤਾਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਚੋਣਾਂ ਤੋਂ ਪਹਿਲਾਂ ਜਿੰਨੇ ਵੀ ਮਾਮਲੇ ਸੀ ਉਹਨਾਂ ਦੇ ਵਿੱਚ ਵੱਡੀ ਰਾਹਤ ਜ਼ਰੂਰ ਮਿਲੀ ਸੀਗੀ, ਪਰ ਸੁਮੇਧ ਸਿੰਘ ਸੈਣੀ ਨੂੰ ਜਿਹੜੀ ਰਾਹ ਦਿੱਤੀ ਗਈ ਹੈ ਇਹਦੇ ਪਿੱਛੇ ਕੀ ਕਾਰਨ ਨਜ਼ਰ ਆ ਰਹੇ ਨੇ? ਜੀ ਗੁਰਪ੍ਰੀਤ ਜੀ, ਸੁਮੇਧ ਸਿੰਘ ਸੈਣੀ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੇ ਨੇ, ਆਪਾਂ ਸਾਰੇ ਜਾਣਦੇ ਆ। ਜਦੋਂ ਉਹ ਆਪਣੀ ਨੌਕਰੀ ਦੇ ਵਿੱਚ ਸੀਗੇ ਉਸ ਵੇਲੇ ਵੀ ਚਰਚਾ ਦਾ ਵਿਸ਼ਾ ਰਹੇ, ਜਦੋਂ ਉਹ ਰਿਟਾਇਰ ਹੋਏ ਉਸ ਵੇਲੇ ਵੀ ਚਰਚਾ ਦਾ ਵਿਸ਼ਾ ਬਣੇ ਰਹੇ ਔਰ ਹੁਣ ਵੀ ਬਣੇ ਹੋਏ ਨੇ। ਸੋ ਇਸ ਕਰਕੇ ਜਦੋਂ ਪਿਛਲੀਆਂ ਚੋਣਾਂ ਦੇ ਦੌਰਾਨ ਜਦੋਂ ਚੋਣਾਂ ਹੋ ਰਹੀਆਂ ਸੀਗੀਆਂ, ਖਾਸ ਤੌਰ ਤੇ ਵਿਧਾਨ ਸਭਾ ਦੀਆਂ, ਤਾਂ ਉਦੋਂ ਵੀ ਇਹ ਚਰਚਾ ਦਾ ਵਿਸ਼ਾ ਸੀ ਕਿ ਉਹਨਾਂ ਨੂੰ ਆਪਣਾ ਚਾਹੇ ਕੋਰਟ ਵੱਲੋਂ ਰਾਹਤ ਮਿਲ ਗਈ ਹੋਵੇ ਜਾਂ ਹੋਰ ਜਿਹੜੀ ਰਾਹਤ ਮਿਲੀ ਸੀਗੀ ਉਹ ਇਸ ਲਈ ਮਿਲੀ ਸੀਗੀ ਹਾਈ ਕੋਰਟ ਵੱਲੋਂ ਕਿਉਂਕਿ ਉਹਨਾਂ ਨੇ ਜੋ ਪਟੀਸ਼ਨ ਪਾਈ ਸੀ ਉਹਦੇ ਵਿੱਚ ਇਹੀ ਦੱਸਿਆ ਸੀਗਾ ਕਿ ਕੋਰਟ ਮੇਰਾ ਫਾਇਦਾ ਉਠਾ ਕੇ, ਯਾਨੀ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ, ਆਪਾਂ ਕਹਿ ਸਕਦੇ ਹਾਂ ਕਿ ਵਿਰੋਧੀ ਧਿਰਾਂ ਨੂੰ ਉਹਨਾਂ ਨੇ ਦੱਸਿਆ ਸੀਗਾ ਕਿ ਇਹ ਵਿਰੋਧੀ ਧਿਰਾਂ ਮੇਰੇ ਉੱਤੇ ਜਿਹੜੇ ਨੇ ਬੇਲੋੜੇ ਇਲਜ਼ਾਮ ਲਗਾ ਕੇ ਆਪਣਾ ਸਿਆਸੀ ਫਾਇਦਾ ਲੈਣਾ ਚਾਹੁੰਦੀਆਂ ਨੇ। ਇਸ ਤਰ੍ਹਾਂ ਦੀ ਪਟੀਸ਼ਨ ਉਹਨਾਂ ਨੇ ਪਾਈ ਸੀਗੀ ਔਰ ਉਸ ਪਟੀਸ਼ਨ ਨੂੰ ਅਦਾਲਤ ਵੱਲੋਂ, ਹਾਈ ਕੋਰਟ ਵੱਲੋਂ ਮੰਨ ਲਿਆ ਗਿਆ ਹੈ ਔਰ ਜਿਹੜੀ ਰਾਹਤ ਉਹਨਾਂ ਨੂੰ ਪਿਛਲੀ ਵਾਰੀ ਮਿਲੀ ਸੀਗੀ ਉਹੀ ਰਾਹਤ ਨੂੰ ਅੱਗੇ ਵਧਾ ਕੇ ਲਗਭਗ 1-2 ਮਹੀਨੇ ਵਾਸਤੇ ਹੋਰ ਉਹਨਾਂ ਨੂੰ ਕਿਹਾ ਕਿ ਇਸ ਕੇਸ ਨੂੰ ਪੈਂਡਿੰਗ ਰੱਖਿਆ ਜਾਏ, ਯਾਨੀ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕੇਸ ਜਿਹੜਾ ਹੈਗਾ ਸੁਮੇਧ ਸੈਣੀ ਹੋਰਾਂ ਦਾ ਇਹ ਹਜੇ ਨਹੀਂ ਚੱਲੇਗਾ। ਇਹਦੇ ਉੱਤੇ ਰੋਕਾਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਹੈ ਔਰ ਇਸੇ ਜ਼ਮਾਨਤ ਦੇ ਉੱਤੇ ਉਹ ਰਹਿਣਗੇ ਔਰ ਉਮੀਦ ਹੈ ਕਿ ਇਹ ਜਿਹੜਾ ਹੈਗਾ ਬਾਅਦ ਦੇ ਵਿੱਚ ਜਦੋਂ ਇਹ ਸਾਰੀ ਸੈਟਲਮੈਂਟ ਹੋ ਜਾਏਗੀ, ਖਾਸ ਤੌਰ ਤੇ ਜਦੋਂ ਨਵੀਂ ਸਰਕਾਰ ਬਣ ਜਾਏਗੀ, ਉਸ ਤੋਂ ਬਾਅਦ ਕੋਈ ਨਵਾਂ ਫੈਸਲਾ ਜਿਹੜਾ ਹੈਗਾ ਉਹ ਆ ਸਕਦਾ ਹੈ। ਉਹਦੇ ਹਿਸਾਬ ਦੇ ਨਾਲ ਉਹ ਆਪਣੀ ਕਾਰਵਾਈ ਕਰ ਸਕਦੇ ਨੇ। ਉਹਨਾਂ ਨੇ ਪਟੀਸ਼ਨ ਅਗਲੀਆਂ ਜਿਹੜੀਆਂ ਨੇ ਉਹ ਕਿਵੇਂ ਪਾਉਣੀਆਂ ਨੇ ਜਾਂ ਕਿਵੇਂ ਉਹਨਾਂ ਦਾ ਜਿਹੜਾ ਮੋਡ ਆਫ ਅਪਰੈਂਡਿਸ ਹੋਏਗਾ ਇਹ ਹੁਣ ਸਮਾਂ ਦੱਸੇਗਾ। ਪਰ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਸੁਮੇਧ ਸੈਣੀ ਨੂੰ ਵੱਡੀ ਰਾਹਤ, ਜਿਵੇਂ ਤੁਸੀਂ ਦੱਸਿਆ ਹੈ, ਅਦਾਲਤ ਵੱਲੋਂ ਦਿੱਤੀ ਗਈ ਹੈ ਇਸ ਬਣਾ ਦੇ ਉੱਤੇ ਕਿ ਉਹਨਾਂ ਨੇ ਜਿਹੜੀ ਪਟੀਸ਼ਨ ਪਾਈ ਸੀਗੀ ਉਹਦੇ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਮੇਰੇ ਉੱਤੇ ਸਿਆਸੀ ਦਬਾਅ ਬਣਾਇਆ ਜਾ ਰਿਹਾ ਹੈ, ਮੇਰੇ ਰਾਹੀਂ ਸਿਆਸੀ ਜਿਹੜੀ ਹੈਗੀ ਆ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਔਰ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪਟੀਸ਼ਨ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਔਰ ਇਸ ਪਟੀਸ਼ਨ ਨੂੰ ਅਦਾਲਤ ਵੱਲੋਂ, ਹਾਈ ਕੋਰਟ ਵੱਲੋਂ ਮੰਨ ਲਿਆ ਗਿਆ ਹੈ ਔਰ ਉਹਨਾਂ ਨੂੰ ਰਾਹਤ ਜਿਹੜੀ ਹੈਗੀ ਹੈ ਮਿਲੀ ਹੈ। ਜ਼ਮਾਨਤ ਉਹਨਾਂ ਨੂੰ ਮਿਲੀ ਹੋਈ ਸੀ ਪਹਿਲਾਂ ਵੀ, ਉਸ ਨੂੰ ਹੋਰ ਵਧਾ ਦਿੱਤਾ ਗਿਆ ਹੈ ਔਰ ਇਸ ਕੇਸ ਦੇ ਉੱਤੇ ਸੁਣਵਾਈ ਜਿਹੜੀ ਹੋਏਗੀ ਉਹ ਹਜੇ ਠਹਿਰ ਕੇ ਹੋਏਗੀ ਔਰ ਇਹ ਜਿੰਨੀ ਦੇਰ ਸੁਣਵਾਈ ਨਹੀਂ ਹੁੰਦੀ ਉਨੀ ਦੇਰ ਆਪਾਂ ਕਹਿ ਸਕਦੇ ਹਾਂ ਕਿ ਸੁਮੇਧ ਸੈਣੀ ਨੂੰ ਰਾਹਤ ਮਿਲੀ ਰਹੇਗੀ। ਸੋ ਇਦਾਂ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਗੁਰਪ੍ਰੀਤ ਜੀ। ਬਿਲਕੁਲ। ਤੇ ਜਿਸ ਤਰੀਕੇ ਦੇ ਨਾਲ ਡਾਕਟਰ ਸਾਹਿਬ 2015 ਦੀ ਗੱਲ ਕਰੀਏ ਤਾਂ ਕਲਾਂ ਦੇ ਵਿੱਚ ਗੋਲੀकांड ਦੀ ਘਟਨਾ ਵਾਪਰੀ ਤਾਂ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ, ਸੁਮੇਧ ਸਿੰਘ ਸੈਣੀ ਨੇ ਜਿਹੜੇ ਉਹ ਡੀਜੀਪੀ ਸੀਗੇ ਪੰਜਾਬ ਦੇ, ਤਾਂ ਕਾਫੀ ਜਾਂਚ ਟੀਮਾਂ ਲਗਾਈਆਂ ਗਈਆਂ ਜਾਂਚ ਕਰਨ ਦੇ ਲਈ, ਵੱਖ-ਵੱਖ ਸਿੱਟਾਂ ਬਣਾਈਆਂ ਗਈਆਂ। ਆਪਾਂ ਗੱਲ ਕਰੀਏ ਹੁਣ ਤੱਕ ਤਾਂ ਉਹਦੇ ਵਿੱਚ ਜਿਹੜੀ ਸਾਬਕਾ ਜਸਟਿਸ ਰਜੀਤ ਸਿੰਘ ਦੀ ਜਿਹੜੀ ਬਣਾਈ ਗਈ ਸੀ ਜਾਂਚ ਟੀਮ, ਤਾਂ ਉਹਨਾਂ ਦੇ ਵੱਲੋਂ ਵੀ ਜਾਂਚ ਕੀਤੀ ਗਈ, ਜਾਂਚ ਰਿਪੋਰਟ ਹਾਈ ਕੋਰਟ 'ਚ ਸੌਂਪੀ ਗਈ। ਤੇ ਖਾਸ ਤੌਰ ਦੇ ਉੱਤੇ ਪਿਛਲੇ ਦਿਨੀ ਕੁਝ ਸਮੇਂ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਕਿਤਾਬ ਲਿਖੀ ਗਈ ਹੈ ਜਿਹਦੇ ਵਿੱਚ ਸੁਮੇਧ ਸਿੰਘ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਦਾ ਸਿੱਧੇ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਗੋਲੀकांड ਦੇ ਲਈ ਮੁੱਖ ਦੋਸ਼ੀ ਨੇ। ਤਾਂ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਕੁ ਪਰੇਸ਼ਾਨੀਆਂ ਹੋਰ ਵੱਧ ਸਕਦੀਆਂ ਨੇ?
ਗੁਰਪ੍ਰੀਤ ਜੀ, ਇਹ ਹੁਣ ਡਿਪੈਂਡ ਕਰੇਗਾ ਕਿ ਜਿਹੜੀ ਸਰਕਾਰ ਬਣਦੀ ਹੈ, ਕਿਹਦੀ ਸਰਕਾਰ ਬਣੇਗੀ, ਕਿਵੇਂ ਬਣਦੀ ਹੈ, ਉਹਦੇ ਉੱਤੇ ਨਿਰਭਰ ਕਰੇਗਾ ਕਿ ਉਹ ਸਰਕਾਰ ਜਿਹੜੀ ਹੈਗੀ ਹੈ ਸੁਮੇਧ ਸਿੰਘ ਸੈਣੀ ਦੇ ਉੱਤੇ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਾਹੇ ਬਾਈਬਲ ਗੋਲੀ ਕਾਂਡ ਹੋਵੇ, ਚਾਹੇ ਹੋਰ ਬਰਗਾੜੀ ਦਾ ਮਸਲਾ ਹੋਵੇ, ਇਹਨਾਂ ਮਸਲਿਆਂ ਦੇ ਉੱਤੇ, ਜਾਂ ਇਸ ਤੋਂ ਵੀ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਅੱਤਵਾਦ ਦੇ ਦੌਰ ਦੇ ਵਿੱਚ ਜੋ ਸੁਮੇਧ ਸਿੰਘ ਸੈਣੀ ਦਾ ਰੋਲ ਰਿਹਾ ਹੈ, ਜਾਂ ਜਿਸ ਕਿਸਮ ਦੇ ਦੋਸ਼ ਉਹਨਾਂ ਦੇ ਉੱਤੇ ਲੱਗਦੇ ਰਹੇ ਨੇ, ਤਾਂ ਉਹਨਾਂ ਨੂੰ ਲੈ ਕੇ ਇਹ ਹੁਣ ਨਿਰਭਰ ਇਹ ਕਰੇਗਾ ਕਿ 10 ਤਰੀਕ ਤੋਂ ਬਾਅਦ ਕਿਸ ਤਰ੍ਹਾਂ ਦੀ ਸਰਕਾਰ ਬਣਦੀ ਹੈ, ਕਿਹਨਾਂ ਦੀ ਸਰਕਾਰ ਬਣਦੀ ਹੈ, ਕਿਹੜੀ ਪਾਰਟੀ ਦੀ ਆਉਂਦੀ ਹੈ, ਉਸ ਤੋਂ ਬਾਅਦ ਉਹ ਪਾਰਟੀ ਜਿਹੜੀ ਹੈਗੀ ਹੈ ਇਹਨਾਂ ਕੇਸਾਂ ਨੂੰ ਕਿਵੇਂ ਲੈਂਦੀ ਹੈ, ਉਹਦੇ ਉੱਤੇ ਨਿਰਭਰ ਕਰੇਗਾ। ਸੋ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਕੁੱਲ ਮਿਲਾ ਕੇ ਜਿਵੇਂ ਤੁਸੀਂ ਦੱਸਿਆ ਹੈ ਕਿ ਦੋਸ਼ ਬਹੁਤ ਗੰਭੀਰ ਨੇ, ਚਾਹੇ ਉਹ ਅੱਤਵਾਦ ਦਾ ਦੌਰ ਹੋਵੇ, ਚਾਹੇ ਬਰਗਾੜੀ ਕਾਂਡ ਨੂੰ ਲੈ ਕੇ ਵੱਖ-ਵੱਖ ਸਿੱਟਾਂ ਦਾ ਮਸਲਾ ਹੋਵੇ, ਔਰ ਸਿੱਟਾਂ ਦੇ ਵਿੱਚ ਜੋ ਸਿੱਟੇ ਨਿਕਲੇ ਨੇ ਜਾਂ ਸਿੱਟੇ ਕੱਢੇ ਗਏ ਨੇ ਉਹਦਾ ਮਸਲਾ ਹੋਵੇ। ਇਹ ਸਾਰੇ ਮਸਲੇ ਜਿਹੜੇ ਨੇ 10 ਤਰੀਕ ਤੋਂ ਬਾਅਦ ਹੀ ਨਿਰਭਰ ਕਰਦੇ ਨੇ ਕਿ ਕਿਸ ਤਰ੍ਹਾਂ ਦੀ ਸਰਕਾਰ ਆਉਂਦੀ ਹੈ ਔਰ ਕਿਸ ਤਰ੍ਹਾਂ ਦਾ ਸ਼ਿਕੰਜਾ ਕੱਸਦੀ ਹੈ ਇਹਨਾਂ ਕੇਸਾਂ ਦੇ ਵਿੱਚ, ਲੋਕਾਂ ਨੂੰ ਕੀ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ। ਹੁਣ ਡਿਪੈਂਡ ਕਰੇਗਾ ਕਿ ਸਰਕਾਰ ਕਿਸ ਤਰ੍ਹਾਂ ਦੀ ਆਏਗੀ ਜਾਂ ਕਿਹੜੀ ਪਾਰਟੀ ਦੀ ਸਰਕਾਰ ਆਏਗੀ, ਉਹਦੇ ਉੱਤੇ ਮੁਨੱਸਰ ਕਰੇਗਾ ਗੁਰਪ੍ਰੀਤ ਜੀ। ਬਿਲਕੁਲ ਕਹਿ ਸਕਦੇ ਹਾਂ ਕਿ ਕਈ ਮਾਮਲੇ ਨੇ ਜਿਹੜੇ ਸੁਮੇਧ ਸਿੰਘ ਸੈਣੀ ਦੇ ਉੱਤੇ ਚੱਲ ਰਹੇ ਨੇ, ਭਾਵੇਂ ਬਲਵੰਤ ਸਿੰਘ ਮਲਤਾਨੀ ਦੀ ਗੱਲ ਕਰੀਏ, ਉਹ ਮਾਮਲੇ ਨੂੰ ਲੈ ਕੇ ਵੀ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ, ਤੇ ਦੇਖਣ ਵਾਲੀ ਗੱਲ ਹੋਗੀ ਕਿ ਆਉਣ ਵਾਲੇ ਸਮੇਂ 'ਚ ਕਿੰਨੀਆਂ ਮੁਸ਼ਕਲਾਂ ਆ ਸਕਦੀਆਂ ਨੇ। ਤੇ ਗੱਲ ਚਰਨਜੀਤ ਚੰਨੀ ਦੇ ਭਾਰਤ ਦੀ ਕਰਾਂਗੇ ਭੁਪਿੰਦਰ ਹਣੀ ਦੀ, ਤਾਂ ਜਿਸ ਤਰੀਕੇ ਦੇ ਨਾਲ ਉਹ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਨੇ, ਤਾਂ ਈਡੀ ਦੇ ਵੱਲੋਂ ਫਿਰ ਪੁੱਛਗਿੱਛ ਵਾਸਤੇ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਪੁੱਛਗਿੱਛ ਕੀਤੀ ਜਾਏਗੀ। ਤਾਂ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਚਰਨਜੀਤ ਚੰਨੀ ਕਹਿੰਦੇ ਸੀਗੇ ਕਿ ਉਹਨਾਂ ਦਾ ਵਿੱਚ ਨਾਮ ਜੁੜ ਸਕਦਾ ਹੈ, ਉਹਨਾਂ ਨੂੰ ਵੀ ਇਹਦੇ ਵਿੱਚ ਇਨਵੋਲਵ ਕੀਤਾ ਜਾ ਸਕਦਾ ਹੈ, ਇਸ ਤਰੀਕੇ ਦੇ ਦੋਸ਼ ਲਾਉਂਦੇ ਸੀਗੇ, ਤਾਂ ਕੀ ਲੱਗਦਾ ਇੱਕ ਵਾਰੀ ਫਿਰ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਈਡੀ ਦੇ ਵੱਲੋਂ ਜੇਲ੍ਹ ਦੇ ਵਿੱਚ, ਤਾਂ ਕੀ ਲੱਗਦਾ ਚਰਨਜੀਤ ਚੰਨੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ? ਜੀ ਗੁਰਪ੍ਰੀਤ ਜੀ, ਦੇਖੋ ਕੱਲ ਜਿਵੇਂ ਤੁਸੀਂ ਦੱਸਿਆ ਹੈ ਕਿ ਹਨੀ ਜੀ ਨੂੰ ਬਾਹਰ ਵੀ ਲਿਆਂਦਾ ਗਿਆ ਸੀਗਾ ਕਿਉਂਕਿ ਉਹਨਾਂ ਨੂੰ ਛਾਤੀ ਦੇ ਵਿੱਚ ਦਰਦ ਹੋਇਆ ਸੀਗਾ, ਔਰ ਡਾਕਟਰ ਤੋਂ ਚੈੱਕਅਪ ਵੀ ਕਰਾਇਆ ਗਿਆ, ਔਰ ਜਦੋਂ ਡਾਕਟਰ ਨੇ ਇਹ ਦੱਸਿਆ ਕਿ ਬਿਲਕੁਲ ਠੀਕ ਠਾਕ ਨੇ, ਇਹਨਾਂ ਨੂੰ ਦਵਾਈਆਂ ਦੇ ਦਿੱਤੀਆਂ ਗਈਆਂ ਨੇ, ਉਸ ਤੋਂ ਬਾਅਦ ਉਹਨਾਂ ਨੂੰ ਫੇਰ ਜੇਲ੍ਹ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਉਹਨਾਂ ਨੂੰ ਲਿਆਂਦਾ ਗਿਆ, ਔਰ ਆਪਾਂ ਕਹਿ ਸਕਦੇ ਹਾਂ ਕਿ ਹੁਣ ਬਿਲਕੁਲ ਠੀਕ ਨੇ। ਹੁਣ ਈਡੀ ਨੇ ਹੀ ਫੈਸਲਾ ਕੀਤਾ ਹੈ ਕਿ ਜੇਲ੍ਹ ਦੇ ਵਿੱਚ ਜਾ ਕੇ ਉਹਨਾਂ ਤੋਂ ਦੁਬਾਰਾ ਫੇਰ ਪੁੱਛਗਿੱਛ ਕੀਤੀ ਜਾਏਗੀ, ਔਰ ਜਿਵੇਂ ਤੁਸੀਂ ਦੱਸ ਰਹੇ ਹੋ ਜੇਕਰ ਇਹ ਪੁੱਛਗਿੱਛ ਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਵਿੱਚ ਜਿਵੇਂ ਕਿਹਾ ਜਾ ਰਿਹਾ ਕਿ ਚੰਨੀ ਸਾਹਿਬ ਦਾ ਵੀ ਨਾਮ ਜਿਹੜਾ ਹੈਗਾ ਉਹ ਆ ਸਕਦਾ ਹੈ, ਕਿਉਂਕਿ ਚੰਨੀ ਸਾਹਿਬ ਇਹੀ ਕਹਿ ਰਹੇ ਨੇ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਯਾਨੀ ਕਿ ਜਿਹੜੇ ਵੀ ਲੋਕਾਂ ਨੇ, ਜਿਹੜੇ ਵੀ ਚਾਹੇ ਉਹਨਾਂ ਦੇ ਰਿਸ਼ਤੇਦਾਰ ਨੇ ਚਾਹੇ ਰਿਸ਼ਤੇਦਾਰ ਨਹੀਂ ਹੈਗੇ, ਇਦਾਂ ਦੇ ਕਪਲੇ ਕੀਤੇ ਨੇ, ਇਦਾਂ ਦੀ ਜਿਹੜੀ ਹੈਗੀ ਹੈ 2 ਨੰਬਰ ਦੇ ਕੰਮ ਕੀਤੇ ਨੇ, ਚਾਹੇ ਉਹ ਆਪਾਂ ਕਹਿ ਸਕਦੇ ਹਾਂ ਕਿ ਮਾਈਨਿੰਗ ਮਾਫੀਆ ਨੂੰ ਲੈ ਕੇ ਹੋਵੇ, ਜਾਂ ਮਾਈਨਿੰਗ ਦੇ ਵਿੱਚੋਂ ਜਿਹੜੇ ਨੇ ਵੱਡਾ ਪੈਸਾ ਕਮਾਇਆ ਹੋਵੇ, ਕਰੋੜਾਂ ਰੁਪਈਆ, ਚਾਹੇ ਬਦਲੀਆਂ ਨੂੰ ਲੈ ਕੇ ਜਿਹੜਾ ਹੈਗਾ ਪੈਸਾ ਕਮਾਇਆ ਹੋਵੇ, ਇਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਕਾਰਵਾਈ ਕਰਨੀ ਚਾਹੀਦੀ ਹੈ। ਪਰ ਹੁਣ ਇਹ ਨਿਰਭਰ ਕਰੇਗਾ ਕਿ ਈਡੀ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਦੇ ਦੋਸ਼ ਲਾ ਕੇ ਚੰਨੀ ਸਾਹਿਬ ਦਾ ਨਾਮ ਉਹਦੇ ਵਿੱਚ ਆਉਂਦਾ ਹੈ ਜਾਂ ਨਹੀਂ ਆਉਂਦਾ, ਇਹ ਹੁਣ ਸਮਾਂ ਦੱਸੇਗਾ। ਪਰ ਫਿਲਹਾਲ ਉਮੀਦਾਂ ਇਹੀ ਕੀਤੀਆਂ ਜਾਣੀਆਂ ਬਣਦੀਆਂ ਨੇ, ਕਿਉਂਕਿ ਇਹਦੇ ਵਿੱਚ ਵੱਡਾ ਦੇਖਣ ਵਾਲੀ ਗੱਲ ਇਹ ਹੁੰਦੀ ਹੈ ਗੁਰਪ੍ਰੀਤ ਜੀ ਕਿ ਕੋਈ ਵੀ ਜਦੋਂ ਇਦਾਂ ਦਾ, ਚਾਹੇ ਉਹ ਮਾਈਨਿੰਗ ਮਾਫੀਆ ਨੂੰ ਲੈ ਕੇ ਕੋਈ ਕਾਰਵਾਈ ਕਰਨੀ ਹੋਵੇ, ਚਾਹੇ ਉਹ ਬਦਲੀਆਂ ਨੂੰ ਲੈ ਕੇ ਕੋਈ ਕਾਰਵਾਈ ਜਿਹੜੀ ਕਿ ਬਦਲੀਆਂ 'ਚ ਪੈਸਾ ਜਿਹੜਾ ਪ੍ਰਾਪਤ ਹੋਇਆ ਹੈ ਈਡੀ ਨੂੰ, ਉਹਦੇ ਬਾਰੇ ਗੱਲ ਕਰਨੀ ਹੋਵੇ, ਤਾਂ ਕਦੇ ਵੀ ਸਰਕਾਰ ਦੀ ਰਹਿਨੁਮਾਈ ਤੋਂ ਬਿਨਾਂ ਇਹ ਸਾਰੀਆਂ ਚੀਜ਼ਾਂ ਸੰਭਵ ਨਹੀਂ ਹੁੰਦੀਆਂ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਸਰਕਾਰ ਰਹੀ ਹੈ, ਚੰਨੀ ਸਾਹਿਬ ਮੁੱਖ ਮੰਤਰੀ ਰਹੇ ਨੇ, ਤਾਂ ਲਾਜ਼ਮੀ ਤੌਰ ਤੇ ਕਿਤੇ ਨਾ ਕਿਤੇ ਉਹਨਾਂ ਦੀ ਨੌਲੇਜ ਦੇ ਵਿੱਚ, ਉਹਨਾਂ ਦੀ ਜਾਣਕਾਰੀ ਦੇ ਵਿੱਚ ਇਹ ਮਸਲੇ ਜ਼ਰੂਰ ਹੋਣਗੇ। ਸੋ ਜੇਕਰ ਇਹ ਮਸਲੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਸੀਗੇ ਤਾਂ ਲਾਜ਼ਮੀ ਤੌਰ ਤੇ ਇਹਦੇ ਵਿੱਚ ਚੰਨੀ ਸਾਹਿਬ ਦਾ ਜਿਹੜਾ ਨਾਂ ਹੈ ਉਹ ਆ ਸਕਦਾ ਹੈ। ਜਾ ਰਿਹਾ ਕਿ ਜਿਹੇ ਮਾਮਲੇ ਨੇ ਜਿਹੜੇ ਉਹ ਸਿਆਸਤ ਤੋਂ ਪ੍ਰੇਰਿਤ ਦੱਸੇ ਜਾਂਦੇ ਨੇ, ਜਿਸ ਤਰੀਕੇ ਦੇ ਦੋਸ਼ ਲੱਗਦੇ ਨੇ, ਤਾਂ ਹੁਣ 10 ਮਾਰਚ ਨੂੰ ਚੋਣ ਨਤੀਜੇ ਆਉਣੇ ਨੇ, 5 ਦਿਨ ਦਾ ਸਮਾਂ ਬਾਕੀ ਹੈ, ਤਾਂ ਉਸੇ ਪੀਰੀਅਡ ਦੇ ਦੌਰਾਨ ਫਿਰ ਅਜਿਹੀ ਜਿਹੜੀ ਜਾਂਚ ਆਪਾਂ ਕਹਿ ਸਕਦੇ ਹਾਂ ਕੀਤੀ ਜਾਣੀ ਹੈ ਈਡੀ ਦੇ ਵੱਲੋਂ, ਤਾਂ ਕੀ ਲੱਗਦਾ ਹੈ ਕਿ ਅਜਿਹੇ ਮਾਮਲੇ ਨੇ ਜਿਹੜੇ ਇਹਦੇ ਵਿੱਚ ਕਿੰਨੀ ਕੁ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ? ਦੇਖੋ ਸਿਆਸਤ ਵੀ ਹੁੰਦੀ ਹੈ, ਮੈਂ ਨਹੀਂ ਕਹਿੰਦਾ ਕਿ ਹਰ ਚੀਜ਼ ਜਿਹੜੀ ਹੈਗੀ ਕੋਈ ਸਿਆਸਤ ਤੋਂ ਪਰੇ ਹੁੰਦੀ ਹੈ, ਸਿਆਸਤ ਵੀ ਹੁੰਦੀ ਹੈ, ਪਰ ਦੇਖਣ ਵਾਲੀ ਗੱਲ ਇਹ ਹੈ ਕਿ ਸਿਆਸਤ ਹੋਣ ਦੇ ਬਾਵਜੂਦ ਤੱਥ ਕੀ ਕਹਿੰਦੇ ਨੇ, ਫੈਕਟਸ ਕੀ ਕਹਿੰਦੇ ਨੇ, ਯਾਨੀ ਕਿ ਕੇਸ ਤਾਂ ਤੱਥਾਂ ਦੇ ਆਧਾਰ ਦੇ ਉੱਤੇ ਹੀ ਹੋਏਗਾ, ਚਾਹੇ ਤੁਸੀਂ ਸਿਆਸਤ ਕਰੋ ਜਾਂ ਨਾ ਕਰੋ, ਪਰ ਅਦਾਲਤ ਨੇ ਇਹ ਦੇਖਣਾ ਹੈ ਕਿ ਕੀ ਜੋ ਵੀ ਚਾਹੇ ਈਡੀ ਕੇਸ ਬਣਾਉਂਦੀ ਹੈ ਜਾਂ ਕੋਈ ਹੋਰ ਬਣਾਉਂਦਾ ਹੈ,
ਤਾਂ ਉਹਦੇ ਵਿੱਚ ਕੀ ਫੈਕਟਸ ਨੂੰ ਲਿਆ ਗਿਆ ਹੈ, ਤੱਥਾਂ ਨੂੰ ਬਣਾਇਆ ਆਧਾਰ ਬਣਾਇਆ ਗਿਆ ਹੈ। ਜੀ ਜੇ ਤਾਂ ਤੱਥਾਂ ਨੂੰ ਆਧਾਰ ਬਣਾਏਗਾ ਕੋਈ ਵੀ ਬੰਦਾ, ਚਾਹੇ ਉਹ ਕੋਈ ਏਜੰਸੀ ਹੈ, ਜੀ ਤਾਂ ਲਾਜ਼ਮੀ ਤੌਰ ਤੇ ਉਹਦੇ ਵਿੱਚ ਅਦਾਲਤ ਦੀ ਜਿਹੜੀ ਇੰਟਰਫੀਰੈਂਸ ਹੈ ਉਹ ਉਸ ਕਿਸਮ ਦੀ ਹੋਏਗੀ। ਜੇਕਰ ਤੱਥਾਂ ਤੋਂ ਬਿਨਾਂ ਕੋਈ ਗੱਲ ਹੋਏਗੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਕੇਸ ਦੇ ਵਿੱਚ ਕੋਈ ਬਹੁਤਾ ਦਮ ਨਹੀਂ ਹੋਏਗਾ, ਫਿਰ ਤਾਂ ਚੰਨੀ ਸਾਹਿਬ ਨੂੰ ਫਾਇਦਾ ਹੋ ਸਕਦਾ ਹੈ। ਪਰ ਜੇਕਰ ਤੱਥ ਉਹਨਾਂ ਨੇ ਪੇਸ਼ ਕੀਤੇ ਕਿ ਇਨਵੋਲਵਮੈਂਟ ਸੀਗੀ ਚੰਨੀ ਸਾਹਿਬ ਦੀ ਈਡੀ ਵੱਲੋਂ ਕੀਤੇ ਗਏ ਇਹ ਪੇਸ਼ਕਾਰੀ, ਤਾਂ ਲਾਜ਼ਮੀ ਤੌਰ ਤੇ ਫਿਰ ਚੰਨੀ ਸਾਹਿਬ ਦੇ ਲਈ ਦਿੱਕਤਾਂ ਖੜੀਆਂ ਹੋ ਸਕਦੀਆਂ ਨੇ। ਇਸ ਕਰਕੇ ਇਹ ਡਿਪੈਂਡ ਕਰੇਗਾ ਕਿ ਜਿਹੜੀ ਈਡੀ ਦਾ ਜੋ ਮੈਨੇਜਮੈਂਟ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਔਰ ਕਿਸ ਤਰ੍ਹਾਂ ਉਹ ਆਪਣੇ ਕੇਸ ਨੂੰ ਤੱਥਾਂ ਦੇ ਆਧਾਰ ਦੇ ਉੱਤੇ, ਫੈਕਟਸ ਦੇ ਆਧਾਰ ਦੇ ਉੱਤੇ ਅਦਾਲਤ ਦੇ ਸਾਹਮਣੇ ਰੱਖਦੀ ਹੈ। ਤੋ ਅਦਾਲਤ ਨੇ ਤਾਂ ਉਸੇ ਦੇ ਹਿਸਾਬ ਦੇ ਨਾਲ ਹੀ ਫੈਸਲਾ ਕਰਨਾ ਹੈ, ਚਾਹੇ ਪੋਲੀਟੀਕਲ ਇੰਟਰਫੀਰੈਂਸ ਹੋਵੇ ਜਾਂ ਨਾ ਹੋਵੇ, ਇੱਕ ਵੱਖਰੀ ਗੱਲ ਹੈ। ਪਰ ਅਦਾਲਤ ਤਾਂ ਤੱਥਾਂ ਨੂੰ ਵੇਖਦੀ ਹੈ ਗੁਰਪ੍ਰੀਤ ਜੀ। ਜੀ ਬਿਲਕੁਲ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਜੋ ਵੀ ਤੱਥ ਪੇਸ਼ ਕਰੇਗੀ ਈਡੀ, ਉਹਦੇ ਆਧਾਰ ਦੇ ਉੱਤੇ ਹੀ ਕਾਰਵਾਈ ਹੁੰਦੀ ਹੋਈ ਅੱਗੇ ਨਜ਼ਰ ਆਏਗੀ। ਤੇ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਕਰਾਂਗੇ। ਜਿਸ ਤਰੀਕੇ ਦੇ ਨਾਲ ਪੌਣੇ 5 ਸਾਲ ਉਹ ਮੁੱਖ ਮੰਤਰੀ ਰਹੇ ਨੇ, ਤਾਂ ਲਾਸਟ ਪੀਰੀਅਡ ਦੇ ਦੌਰਾਨ ਉਹਨਾਂ ਨੇ ਜਿਹੜਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ ਦੇ ਵਿੱਚ ਵੀ ਧਰਨਾ ਲਾਇਆ ਸੀਗਾ, ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਸੀ, ਤਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ ਸੀਗਾ ਕਿ ਜਿਹੜਾ ਗੰਨੇ ਦਾ ਰੇਟ ਹੈ ਉਹ 360 ਰੁਪਏ ਪ੍ਰਤੀ ਕੁਆਂਟਲ ਜਿਹੜਾ ਕਰ ਦਿੱਤਾ ਜਾਏਗਾ, ਤੇ ਐਲਾਨ ਵੀ ਕਰਤਾ ਸੀ ਉਹਨਾਂ ਨੇ। ਤਾਂ ਪਰ ਉਸ ਤੋਂ ਬਾਅਦ ਉਹ ਇੱਕ ਵਾਰੀ ਫਿਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਦੋਂ ਐਨਡੀ ਦੀ ਸਰਕਾਰ ਬਣੀ ਉਦੋਂ ਲਾਗੂ ਕੀਤਾ ਜਾਏਗਾ ਇਸ ਨੂੰ। ਤਾਂ ਕੀ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਹ ਜਿਹੜਾ ਫੈਸਲਾ ਸੀਗਾ ਉਹਨਾਂ ਦੇ ਵੱਲੋਂ ਕੀਤਾ ਗਿਆ, ਉਹਨੂੰ ਲਾਗੂ ਕਿਉਂ ਨਹੀਂ ਕੀਤਾ ਗਿਆ? ਕੀ ਕਾਰਨ ਨਜ਼ਰ ਆਉਂਦੇ ਨੇ? ਗੁਰਪ੍ਰੀਤ ਜੀ, ਚਰਨਜੀਤ ਚੰਨੀ ਨੇ ਕੋਈ ਇਹ ਨਹੀਂ ਕਿ ਇੱਕ ਫੈਸਲਾ ਹੀ ਲਾਗੂ ਨਹੀਂ ਕੀਤਾ, ਬਹੁਤ ਸਾਰੇ ਐਸਲੇ ਫੈਸਲੇ ਜਾਂ ਐਸੇ ਐਲਾਨ ਨੇ ਜਿਹੜੇ ਕਿ ਐਲਾਨ ਹੋ ਗਏ ਪਰ ਉਹ ਲਾਗੂ ਨਹੀਂ ਹੋਏ। ਬਹੁਤ ਸਾਰੇ ਨੇ, ਜਿਵੇਂ ਉਹਨਾਂ ਨੇ ਕਿਹਾ ਸੀਗਾ 36,000 ਲੋਕਾਂ ਨੂੰ ਅਸੀਂ ਪੱਕੇ ਕਰ ਰਹੇ ਹਾਂ ਜਿਹੜੇ ਬੇਰੁਜ਼ਗਾਰ। ਉਸ ਵੇਲੇ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਵੱਡੇ ਵੱਡੇ ਬੋਰਡ ਵੀ, ਹੋਰਡਿੰਗ ਵੀ ਲਗਾਏ ਔਰ ਉਹਨਾਂ ਦੇ ਉੱਤੇ ਲਿਖਵਾਇਆ ਗਿਆ ਕਿ 36,000 ਕਰਮਚਾਰੀ ਪੱਕੇ ਕੀਤੇ ਗਏ ਨੇ, ਪਰ ਉਹ ਨਹੀਂ ਹੋਏ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ 5.5 ਰੁਪਏ ਫੁੱਟ ਅਸੀਂ ਰੇਤਾ ਜਿਹੜਾ ਹੈਗਾ ਉਹ ਚੁਕਵਾਇਆ। ਬਾਰ-ਬਾਰ ਉਹਨਾਂ ਨੇ ਕਿਹਾ, ਪਰ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਜਿਹੜਾ ਰੇਤਾ ਹੈ ਕਿੰਨਾ ਮਹਿੰਗਾ ਵਿਕਦਾ ਰਿਹਾ। ਇਸੇ ਤਰ੍ਹਾਂ ਹੋਰ ਐਲਾਨ ਕਹਿਣ ਤੋਂ ਭਾਵ ਹੈ ਕਿ ਜਿੰਨੇ ਵੀ ਐਲਾਨ ਉਹਨਾਂ ਨੇ ਕੀਤੇ, ਚਾਹੇ ਉਹ ਕੈਪਟਨ ਸਾਹਿਬ ਦੇ ਵੇਲੇ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕੈਪਟਨ ਸਾਹਿਬ ਨੇ ਹੁਣ ਇਹ ਕਿਹਾ ਕਿ ਜੇਕਰ ਚੰਨੀ ਸਾਹਿਬ ਇਹ ਐਲਾਨ ਨੂੰ ਲਾਗੂ ਨਹੀਂ ਕਰਦੇ ਤਾਂ ਉਹ ਖੁਦ ਕਰਨਗੇ, ਯਾਨੀ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਪਾਰਟੀ ਜਦੋਂ ਆਏਗੀ, ਯਾਨੀ ਕਿ ਬੀਜੇਪੀ ਦੀ ਸਰਕਾਰ ਬਣੇਗੀ ਪੰਜਾਬ ਦੇ ਵਿੱਚ, ਤਾਂ ਉਹ ਇਸ ਨੂੰ ਲਾਗੂ ਕਰਨਗੇ, ਉਹਨਾਂ ਦੀ ਸਾਂਝੀ ਸਰਕਾਰ ਬਣੇਗੀ। ਜੇਕਰ ਇਹ ਹੁੰਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੀਆਂ ਸਰਕਾਰ ਦੀ ਕੋਈ ਸੰਭਾਵਨਾਵਾਂ ਲੱਗਦੀ ਹੈ। ਪਰ ਬਿਆਨ ਤੇ ਬਿਆਨ ਜਿਹੜਾ ਹੈਗਾ ਵੱਖ-ਵੱਖ ਨੇਤਾਵਾਂ ਵੱਲੋਂ ਦਿੱਤੇ ਜਾ ਰਹੇ ਨੇ ਔਰ ਫੈਕਟਸ ਤੋਂ ਬਿਨਾਂ ਦਿੱਤੇ ਜਾ ਰਹੇ ਨੇ, ਤੱਥਾਂ ਤੋਂ ਬਿਨਾਂ ਦਿੱਤੇ ਜਾ ਰਹੇ ਨੇ। ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਕੈਪਟਨ ਸਾਹਿਬ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ, ਚਾਹੇ ਉਹ ਨੌਕਰੀ ਦੇਣ ਦਾ ਵਾਅਦਾ ਨੌਜਵਾਨਾਂ ਨੂੰ ਕੀਤਾ ਹੋਵੇ, ਚਾਹੇ ਕਿਸਾਨਾਂ ਦੀ ਕਰਜ਼ ਮਾਫੀ ਦਾ ਵਾਅਦਾ ਕੀਤਾ ਹੋਵੇ, ਚਾਹੇ ਨਸ਼ੇ ਨੂੰ ਠੱਲ ਪਾਉਣ ਦਾ ਵਾਅਦਾ ਕੀਤਾ ਹੋਵੇ, ਜਾਂ ਹੋਰ ਬਹੁਤ ਸਾਰੇ ਵਾਅਦੇ ਉਹਨਾਂ ਦੁਆਰਾ ਕੀਤੇ ਗਏ ਸੀਗੇ, ਉਹ ਤਾਂ ਉਹਨਾਂ ਨੇ 4.5 ਸਾਲਾਂ ਦੇ ਵਿੱਚ ਲਾਗੂ ਨਹੀਂ ਕੀਤੇ। ਹੁਣ ਜਿਹੜਾ ਉਹ ਨਵਾਂ ਵਾਅਦਾ ਉਹਨਾਂ ਨੇ ਕਿਹਾ ਕਿ ਮੈਂ ਨਵਾਂ ਵਾਅਦਾ ਕਿਸਾਨਾਂ ਦੇ ਨਾਲ ਕੀਤਾ ਸੀਗਾ ਔਰ ਰੇਟ ਗੰਨੇ ਦਾ ਵਧਾਇਆ ਸੀਗਾ, ਤਾਂ ਉਹ ਲਾਗੂ ਕਰ ਦਾਂਗਾ। ਸੋ ਸਵਾਲ ਤਾਂ ਇਸ ਵੇਲੇ ਪੰਜਾਬ ਦੇ ਲੋਕ ਇਹ ਪੁੱਛਣਾ ਚਾਹੁੰਦੇ ਨੇ ਗੁਰਪ੍ਰੀਤ ਜੀ ਕੈਪਟਨ ਸਾਹਿਬ ਕੋਲੋਂ ਕਿ ਭਾਈ ਤੁਸੀਂ ਜਿਹੜੇ ਆਪਣੇ ਵਾਅਦੇ ਕੀਤੇ ਸੀਗੇ, ਤੁਸੀਂ 4.5 ਪੌਣੇ 5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ, ਉਹ ਵਾਅਦੇ ਤਾਂ ਤੁਹਾਡੇ ਤੋਂ ਉਸ ਵੇਲੇ ਪੂਰੇ ਨਹੀਂ ਸੀ ਹੋਏ। ਹੁਣ ਤੁਸੀਂ ਜਿਹੜਾ ਕਿਸਾਨਾਂ ਦਾ ਵੱਖਰੇ ਤੌਰ ਤੇ ਵਾਅਦਾ ਜਿਹੜਾ ਹੈਗਾ ਉਹ ਕਿਵੇਂ ਪੂਰਾ ਕਰ ਦੋਗੇ? ਸੋ ਕਹਿਣ ਦਾ ਮੇਰਾ ਮਤਲਬ ਇਹੀ ਹੈ ਕਿ ਸਿਰਫ ਤੇ ਸਿਰਫ ਜਿਹੜੀ ਹੈਗੀ ਜੁਮਲੇਬਾਜ਼ੀ ਹੋ ਰਹੀ ਹੈ, ਸਿਰਫ ਤੇ ਸਿਰਫ ਬਿਆਨਬਾਜ਼ੀ ਹੋ ਰਹੀ ਹੈ। ਇਹਦੇ ਵਿੱਚ ਤੱਥਾਂ ਦੇ ਆਧਾਰ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕੋਈ ਫੈਕਟਸ ਜਿਹੜੇ ਨੇ ਉਹ ਨਜ਼ਰ ਨਹੀਂ ਆਉਂਦੇ, ਕਿਉਂਕਿ ਵੱਡੇ ਵੱਡੇ ਵਾਅਦੇ ਜਦੋਂ ਕੈਪਟਨ ਸਾਹਿਬ ਨੇ ਕੀਤੇ ਤਾਂ ਉਹ ਤਾਂ ਉਹਨਾਂ ਤੋਂ ਹੱਲ ਨਹੀਂ ਹੋਏ। ਤਾਂ ਨਵਾਂ ਵਾਅਦਾ ਜਿਹੜਾ ਉਹ ਕਹਿ ਰਹੇ ਨੇ ਕਿ ਮੈਂ ਦੁਬਾਰਾ ਜਦੋਂ ਮੁੱਖ ਮੰਤਰੀ ਬਣਿਆ ਜਾਂ ਸਾਡੀ ਸਰਕਾਰ ਆਊਗੀ ਉਦੋਂ ਅਸੀਂ ਪੂਰਾ ਕਰ ਦਿਆਂਗੇ, ਇਹਨਾਂ ਦੇ ਵਿੱਚ ਕੋਈ ਦਮ ਨਹੀਂ ਲੱਗਦਾ ਗੁਰਪ੍ਰੀਤ ਜੀ। ਬਿਲਕੁਲ ਕਈ ਫੈਸਲੇ ਜਿਹੜੇ ਸੀਗੇ ਜਿਨ੍ਹਾਂ ਦੇ ਉੱਤੇ ਕੰਮ ਨਹੀਂ ਹੋਇਆ ਹੈਗਾ, ਤੇ ਕਈ ਫੈਸਲੇ ਨੇ ਜਿਹੜੇ ਚਰਨਜੀਤ ਚੰਨੀ ਵੱਲੋਂ ਕੈਪਟਨ ਦਿੱਤੇ ਗਏ ਸੀ। ਜਿਸ ਤਰੀਕੇ ਦੇ ਨਾਲ ਉਹਨਾਂ ਨੇ ਟਰੱਕ ਯੂਨੀਅਨ ਬਹਾਲ ਕਰਕੇ ਕਰਨ ਦਾ ਜਿਹੜਾ ਫੈਸਲਾ ਲਿਆ। ਤੇ ਹੁਣ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਦੀ। ਮਾਨਸਾ ਤੋਂ ਉਮੀਦਵਾਰ ਵੀ ਨੇ ਕਾਂਗਰਸ ਪਾਰਟੀ ਦੇ, ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੰਜੂ ਗੀਤ ਗਾਇਆ ਤਾਂ ਉਹਦੇ ਵਿੱਚ ਵਕੀਲਾਂ ਬਾਰੇ ਭੱਦੀ ਸ਼ਬਦਾਵਲੀ ਬੋਲੀ, ਤਾਂ ਉਸ ਨੂੰ ਲੈ ਕੇ ਜਿਹੜਾ ਮਾਮਲਾ ਦਰਜ ਹੋਇਆ ਪਿਆ। ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਵੱਧ ਸਕਦੀਆਂ ਨੇ ਸਿੱਧੂ ਮੂਸੇਵਾਲਾ ਦੀਆਂ?
ਜੀ ਗੁਰਪ੍ਰੀਤ ਜੀ ਦੇਖੋ, ਮੂਸੇਵਾਲੇ ਨੂੰ ਇੱਕ ਵਾਰੀ ਤਾਂ ਪੇਸ਼ ਤਾਂ ਹੋਣੀ ਪਏਗਾ, ਕਿਉਂਕਿ ਉਹ ਬਾਰ-ਬਾਰ ਪੇਸ਼ੀ ਤੋਂ ਭੱਜਦੇ ਨਜ਼ਰ ਆ ਰਹੇ ਨੇ। ਯਾਨੀ ਕਿ ਅਦਾਲਤ ਦੇ ਸਾਹਮਣੇ ਜਿਹੜਾ ਹੈਗਾ ਪੇਸ਼ ਹੋਣ ਤੋਂ ਭੱਜ ਰਹੇ ਨੇ। ਪਰ ਜਿਵੇਂ ਵਕੀਲਾਂ ਨੇ ਉਹਨਾਂ ਦੇ ਉੱਤੇ, ਖਾਸ ਤੌਰ ਤੇ ਜਿਹੜੇ ਵਕੀਲ ਨੇ, ਉਹਨਾਂ ਨੇ ਉਸ ਤਰ੍ਹਾਂ ਦੀ ਪਟੀਸ਼ਨ ਪਾਈ ਹੈ, ਉਹਨਾਂ ਦੇ ਉੱਤੇ ਕੇਸ ਬਣਾਇਆ ਗਿਆ ਹੈ, ਤਾਂ ਇਹੀ ਬਣਾਇਆ ਗਿਆ ਹੈ ਕਿ ਜਿਨ੍ਹਾਂ ਦਾ ਇਹਨਾਂ ਇਸ ਗੀਤਕਾਰੀ ਦੇ ਵਿੱਚ ਜਾਂ ਗੀਤ ਨੂੰ ਪੇਸ਼ ਕਰਨ ਦੇ ਵਿੱਚ ਜਿਨ੍ਹਾਂ ਦਾ ਰੋਲ ਹੈ, ਚਾਹੇ ਕੰਪਨੀ ਵਾਲੇ ਨੇ, ਚਾਹੇ ਮਿਊਜ਼ਿਕ ਡਾਇਰੈਕਟਰ ਨੇ, ਚਾਹੇ ਹੋਰ ਨੇ, ਜਿੰਨੇ ਵੀ ਲੋਕ ਨੇ ਇਸ ਗੀਤ ਨੂੰ ਦੇ ਵਿੱਚ ਸ਼ਾਮਲ ਨੇ, ਇਸ ਨੂੰ ਬਣਾਉਣ ਦੇ ਵਿੱਚ, ਇਸ ਦੀ ਫਿਲਮਕਾਰੀ ਦੇ ਵਿੱਚ, ਇਹਨੂੰ ਲਿਖਣ ਦੇ ਵਿੱਚ, ਇਹਨੂੰ ਫਿਲਮਾਉਣ ਦੇ ਵਿੱਚ, ਕਹਿ ਸਕਦਾ ਕਿ ਹਰ ਬੰਦੇ ਨੂੰ ਉਹਨਾਂ ਨੇ ਪਾਰਟੀ ਬਣਾਇਆ। ਸੋ ਇਸ ਕਰਕੇ ਜੇਕਰ ਇਹ ਪਾਰਟੀ ਬਣੀ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਸਿੱਧੂ ਮੂਸੇਵਾਲਾ ਦੇ ਜਿਹੜਾ ਫਿਕਰ ਨੇ ਉਹ ਜ਼ਿਆਦਾ ਵੱਧ ਜਾਣਗੇ, ਕਿਉਂਕਿ ਰਿਜ਼ਲਟ ਵੀ 10 ਤਰੀਕ ਨੂੰ ਆਉਣਾ ਹੈ ਤੇ ਉਹਨਾਂ ਨੂੰ ਪੇਸ਼ ਵੀ ਅਦਾਲਤ ਦੇ ਸਾਹਮਣੇ ਹੋਣਾ ਪਏਗਾ, ਸਾਰਿਆਂ ਧਿਰਾਂ ਨੂੰ ਹੀ ਪੇਸ਼ ਹੋਣਾ ਪਏਗਾ। ਸੋ ਵਕੀਲਾਂ ਵੱਲੋਂ ਜਿਹੜੀ ਵੀ ਪਟੀਸ਼ਨ ਪਾਈ ਗਈ ਹੈ ਅਦਾਲਤ ਦੇ ਵਿੱਚ, ਤਾਂ ਉਹਦਾ ਜਵਾਬ ਤਾਂ ਉਹਨਾਂ ਨੂੰ ਦੇਣਾ ਹੀ ਪਏਗਾ। ਅਖੀਰ ਨੂੰ ਉਹ ਕਿਸ ਤਰ੍ਹਾਂ ਦਾ ਜਵਾਬ ਦਿੰਦੇ ਨੇ, ਉਹਨਾਂ ਦੇ ਵਕੀਲ ਕਿਸ ਤਰ੍ਹਾਂ ਦਾ ਜਵਾਬ ਦੇਣਗੇ, ਇਹ ਹੁਣ ਮੁਨੱਸਰ ਕਰੇਗਾ ਕਿ ਉਹ ਜਵਾਬ ਦੇ ਉੱਤੇ ਕਿ ਉਸ ਨੂੰ ਆਧਾਰ ਬਣਾ ਕੇ ਅਦਾਲਤ ਅਗਲਾ ਫੈਸਲਾ ਕੀ ਕਰਦੀ ਹੈ। ਪਰ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਸਿੱਧੂ ਮੂਸੇਵਾਲੇ ਤੇ ਉਹਨਾਂ ਦੇ ਸਾਥੀ ਔਰ ਉਹਨਾਂ ਦੀ ਜਿਹੜੀ ਕੰਪਨੀ ਹੈ, ਉਹ ਸਾਰੀਆਂ ਧਿਰਾਂ ਨੂੰ ਜਿਹੜੀਆਂ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਜਿਹੜਾ ਹੈਗਾ ਪੇਸ਼ ਹੋਣ ਲਈ ਕਿਹਾ ਗਿਆ ਹੈ। ਔਰ ਜੇਕਰ ਇਸ ਪਟੀਸ਼ਨ ਦੇ ਉੱਤੇ ਕਾਰਵਾਈ ਹੁੰਦੀ ਹੈ ਤਾਂ ਸਿੱਧੂ ਮੂਸੇਵਾਲੇ ਦੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਕਾਫੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ ਗੁਰਪ੍ਰੀਤ ਜੀ। ਸਭ ਜੇ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪਹਿਲਾਂ ਸਿੱਧੂ ਮੂਸੇਵਾਲਾ ਇਕੱਲਾ ਗਾਇਕ ਸੀਗਾ ਤੇ ਹੁਣ ਇੱਕ ਲੀਡਰ ਵੀ ਬਣ ਚੁੱਕਿਆ, ਤਾਂ ਸੁਭਾਅ ਦੇ ਵਿੱਚ ਕਿੰਨਾ ਕੁ ਬਦਲਾਅ ਦੇਖਣ ਨੂੰ ਮਿਲ ਰਿਹਾ? ਜਿਸ ਤਰੀਕੇ ਦੇ ਨਾਲ ਪਹਿਲਾਂ ਮੀਡੀਆ ਦੇ ਖਿਲਾਫ ਵੀ ਬੋਲਦੇ ਸੀ ਤੇ ਆਪਣੇ ਵਿਰੋਧੀਆਂ ਦੇ ਖਿਲਾਫ ਵੀ ਜਿਹੀ ਸ਼ਬਦਾਵਲੀ ਬੋਲੀ ਜਾਂਦੀ ਸੀ, ਪਰ ਕੀ ਲੱਗਦਾ ਹੈ ਕਿ ਜਦੋਂ ਤੋਂ ਉਹ ਸਿਆਸਤ ਦੇ ਵਿੱਚ ਆਏ ਨੇ ਕਿੰਨਾ ਕੁ ਸੁਭਾਅ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ? ਗੁਰਪ੍ਰੀਤ ਜੀ, ਜਦੋਂ ਤੁਸੀਂ ਸਿਆਸਤ ਦੇ ਵਿੱਚ ਆਉਂਦੇ ਹੋ ਤਾਂ ਸਿਆਸਤ ਦੇ ਲਈ ਹੋਰ ਤਰ੍ਹਾਂ ਦੇ ਸੁਭਾਅ ਦੀ ਲੋੜ ਪੈਂਦੀ ਹੈ। ਯਾਨੀ ਕਿ ਤੁਹਾਨੂੰ ਤਹੱਮਲ ਰੱਖਣਾ ਪੈਂਦਾ ਹੈ, ਤੁਹਾਨੂੰ ਆਪਣਾ ਜਿਹੜਾ ਹੈਗਾ ਆਪਣੇ ਮਨ ਦੇ ਉੱਤੇ ਕੰਟਰੋਲ ਕਰਨਾ ਪੈਂਦਾ ਹੈ। ਔਰ ਜਦੋਂ ਤੁਸੀਂ ਗਾਇਕ ਹੁੰਦੇ ਹੋ, ਤੁਸੀਂ ਕੁਝ ਵੀ ਬੋਲ ਸਕਦੇ ਹੋ, ਕੁਝ ਵੀ ਕਹਿ ਸਕਦੇ ਹੋ, ਕੁਝ ਵੀ ਕਰ ਸਕਦੇ ਹੋ, ਕੁਝ ਵੀ ਫਿਲਮਾ ਸਕਦੇ ਹੋ, ਕੁਝ ਵੀ ਗਾ ਸਕਦੇ ਹੋ। ਪਰ ਸਿਆਸਤ ਦੇ ਵਿੱਚ ਇਹ ਨਹੀਂ ਚੱਲਦਾ। ਸਿਆਸਤ ਦੇ ਵਿੱਚ ਬਹੁਤ ਸੋਚ ਸਮਝ ਕੇ ਬੋਲਣਾ ਪੈਂਦਾ ਹੈ, ਬਹੁਤ ਸੋਚ ਸਮਝ ਕੇ ਚੱਲਣਾ ਪੈਂਦਾ ਹੈ, ਕਿਉਂਕਿ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਔਰ ਲੋਕਾਂ ਦੇ ਪ੍ਰਤੀ ਤੁਸੀਂ ਜਵਾਬਦੇਹ ਹੁੰਦੇ ਹੋ। ਸੋ ਇਹਦਾ ਮਤਲਬ ਇਹੀ ਹੈ ਕਿ ਜਿਹੜਾ ਕੰਮ ਉਹ ਪਿਛਲੇ ਦਿਨਾਂ ਦੇ ਵਿੱਚ ਕਰਦੇ ਆਏ ਨੇ ਐਜ਼ ਏ ਗਾਇਕ ਦੇ ਤੌਰ ਤੇ, ਯਾਨੀ ਕਿ ਜੋ ਵੀ ਉਹਨਾਂ ਨੂੰ ਉਹਨਾਂ ਦੇ ਉੱਤੇ ਫਰਮਾਇਆ ਗਿਆ, ਚਾਹੇ ਉਹ ਹਥਿਆਰਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਦੋਸ਼ ਲੱਗਦੇ ਰਹੇ ਨੇ, ਚਾਹੇ ਗੀਤਾਂ ਦੀ ਵਰਡਿੰਗ ਨੂੰ ਲੈ ਕੇ, ਚਾਹੇ ਉਹ ਫਿਲਮਾਂਕਣ ਦੇ ਤੌਰ ਤੇ ਉਹਨਾਂ ਦੇ ਉੱਤੇ ਦੋਸ਼ ਲੱਗੇ ਨੇ, ਤਾਂ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਛੱਡਣੀਆਂ ਪੈਣਗੀਆਂ ਔਰ ਪੰਜਾਬ ਦੇ ਲੋਕਾਂ ਦੇ ਪ੍ਰਤੀ, ਆਪਣੇ ਇਲਾਕੇ ਦੇ ਲੋਕਾਂ ਦੇ ਪ੍ਰਤੀ ਜਵਾਬਦੇਹ ਉਹਨਾਂ ਨੂੰ ਹੋਣਾ ਪਏਗਾ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਆਪਣਾ ਜਿਹੜਾ ਹੈਗਾ ਸੁਭਾਅ ਬਹੁਤ ਜ਼ਿਆਦਾ ਉਹਨਾਂ ਨੂੰ ਬਦਲਣਾ ਪਏਗਾ, ਉਹਦੇ ਉੱਤੇ ਕੰਮ ਕਰਨਾ ਪਏਗਾ ਔਰ ਜ਼ੁਬਾਨ ਜਿਹੜੀ ਹੈਗੀ ਕਿਵੇਂ ਬੋਲਣਾ ਹੈ, ਕਿਵੇਂ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨੀ ਹੈ, ਇਹਦੇ ਉੱਤੇ ਜਿਹੜਾ ਹੈਗਾ ਕੰਟਰੋਲ ਕਰਨਾ ਪਏਗਾ ਔਰ ਨਵੀਂ ਤਰ੍ਹਾਂ ਦੀ ਜਿਹੜੀ ਸਾਰੀ ਸਿਆਸਤ ਉਹਨਾਂ ਨੂੰ ਸਿੱਖਣੀ ਪਏਗੀ ਔਰ ਪੰਜਾਬ ਦੇ ਲੋਕਾਂ ਦੇ ਪ੍ਰਤੀ ਦਰਦ ਨੂੰ ਉਹਨਾਂ ਨੂੰ ਆਪਣੇ ਦਿਲ ਦੇ ਵਿੱਚ ਲਿਆਉਣਾ ਪਏਗਾ। ਫਿਰ ਕਿਤੇ ਜਾ ਕੇ ਹੌਲੀ ਹੌਲੀ ਉਹ ਚੰਗੇ ਲੀਡਰ ਬਣ ਸਕਦੇ ਆ। ਫਿਲਹਾਲ ਉਹ ਗਾਇਕੀ ਨੇ ਔਰ ਗਾਇਕੀ ਦਾ ਜੋ ਮੁਲੰਮਾ ਹੈ ਉਹਨਾਂ ਦੇ ਉੱਤੇ ਚੜਿਆ ਹੋਇਆ ਔਰ ਉਮੀਦ ਹੈ ਕਿ ਇਸ ਮੁਲੰਮੇ ਨੂੰ ਉਤਾਰ ਕੇ ਉਹ ਇੱਕ ਚੰਗੇ ਲੀਡਰ ਦੇ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ। ਗੁਰਪ੍ਰੀਤ ਜੀ, ਬਿਲਕੁਲ ਡਾਕਟਰ ਸਾਹਿਬ, ਤੇ ਆਖਰੀ ਸਵਾਲ ਹੈ ਮੇਰਾ, ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਵਿਰੋਧੀ ਫੈਸਲੇ ਲਏ ਜਾ ਰਹੇ ਨੇ ਤੇ ਆਪਾਂ ਦੇਖਣ ਦੇ ਵਿੱਚ ਆਇਆ ਤਾਂ 11,000 ਕਰੋੜ ਰੁਪਏ ਦਾ ਫੰਡ ਵੀ ਰੋਕ ਲਿਆ ਗਿਆ ਤੇ ਉਧਰ BBMP ਨੂੰ ਲੈ ਕੇ ਵੀ ਜਿਹੜਾ ਫੈਸਲਾ ਲਿਆ ਗਿਆ ਹੈ, ਪੰਜਾਬ ਪੁਲਿਸ ਹਟਾ ਦਿੱਤੀ ਗਈ ਡੈਮਾਂ ਤੋਂ, ਤਾਂ ਕਿਵੇਂ ਦੇਖਦੇ ਹੋ ਜਿਹੜੀ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਕਿ ਇਸ ਦੌਰ ਦੇ ਵਿੱਚ ਵੀ ਇਕਜੁੱਟ ਨਜ਼ਰ ਨਹੀਂ ਆ ਰਹੀਆਂ, ਕੀ ਕਾਰਨ ਲੱਗ ਰਹੇ ਨੇ? ਗੁਰਪ੍ਰੀਤ ਜੀ, ਪੰਜਾਬ ਨੇ ਹਮੇਸ਼ਾ ਹੀ ਕੋਈ ਵੀ ਚਾਹੇ ਸੰਘਰਸ਼ ਚੱਲਿਆ ਹੋਵੇ, ਚਾਹੇ ਆਜ਼ਾਦੀ ਦਾ ਸੰਘਰਸ਼ ਸੀਗਾ, ਚਾਹੇ ਆਜ਼ਾਦੀ ਤੋਂ ਬਾਅਦ ਜਿੰਨੇ ਵੱਡੇ ਸੰਘਰਸ਼ ਚੱਲੇ, ਚਾਹੇ ਇੱਥੋਂ ਤੱਕ ਕਿ ਕਿਸਾਨ ਅੰਦੋਲਨ ਚੱਲਿਆ, ਇਹਨਾਂ ਅੰਦੋਲਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ, ਕਿਸਾਨਾਂ ਨੇ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲਿਆ ਔਰ ਮੋਹਰੀ ਰੋਲ ਅਦਾ ਕੀਤਾ ਹੈ। ਸੋ ਇਸ ਕਰਕੇ ਕੇਂਦਰ ਸਰਕਾਰ, ਚਾਹੇ ਪਹਿਲਾਂ ਕਾਂਗਰਸ ਦੀ ਕੇਂਦਰ ਸਰਕਾਰ ਰਹੀ ਹੋਵੇ, ਚਾਹੇ ਹੁਣ BJP ਦੀ ਰਹੀ ਹੋਵੇ, ਇਹਨਾਂ ਨੇ ਹਮੇਸ਼ਾ ਪੰਜਾਬ ਦੇ ਨਾਲ ਧਰੋਹ ਕਮਾਇਆ ਹੈ, ਪੰਜਾਬ ਦੇ ਨਾਲ ਧੱਕਾ ਕੀਤਾ ਹੈ, ਪੰਜਾਬ ਦੇ
ਹੱਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹੀ ਗੱਲ ਅਸੀਂ ਪਿਛਲੇ ਲੰਬੇ ਸਮੇਂ ਤੋਂ, ਖਾਸ ਤੌਰ ਤੇ ਜਦੋਂ ਮੋਦੀ ਸਾਹਿਬ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਨੇ, ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਆਪਾਂ ਕਾਰਜਕਾਲ ਦੇਖਦੇ ਹਾਂ ਤਾਂ ਪੰਜਾਬ ਨੂੰ ਦੇਣਾ ਤਾਂ ਕੀ ਸੀਗਾ, ਸਗੋਂ ਪੰਜਾਬ ਦੇ ਹੱਕਾਂ ਦੇ ਉੱਤੇ ਹਮੇਸ਼ਾ ਡਾਕਾ ਮਾਰਿਆ ਗਿਆ ਹੈ। ਔਰ ਨਤੀਜਾ ਕੀ ਨਿਕਲ ਰਿਹਾ? ਨਤੀਜਾ ਇਹੀ, ਜਿਵੇਂ ਤੁਸੀਂ ਕਹਿ ਰਹੇ ਹੋ, ਕਦੇ ਉਹਨਾਂ ਦੇ ਪੈਸਾ ਸਾਡਾ ਰੋਕ ਦਿੱਤਾ ਜਾਂਦਾ ਹੈ, ਕਦੇ ਸਾਡਾ ਪਾਣੀ ਜਿਹੜਾ ਹੈਗਾ ਉਹਦਾ ਸਾਨੂੰ ਮੁੱਲ ਨਹੀਂ ਦਿੱਤਾ ਜਾਂਦਾ, ਕਦੇ ਸਾਡਾ ਜਿਹੜਾ ਹੈਗਾ ਇੱਥੇ ਜਿਹੜਾ ਸਾਡਾ ਕਰਜ਼ਾ ਚੜਿਆ ਹੋ ਗਿਆ ਹੈਗਾ 3.5 ਲੱਖ ਕਰੋੜ ਰੁਪਈਆ, ਉਹ ਜਿਹੜਾ ਹੈਗਾ ਉਹਨੂੰ ਮਾਫੀ ਦੀ ਗੱਲ ਨਹੀਂ ਕੀਤੀ ਜਾਂਦੀ। ਸੋ ਕਹਿਣ ਦਾ ਮਤਲਬ ਹੈ ਕਿ ਕੁੱਲ ਮਿਲਾ ਕੇ ਜਿਹੜੇ ਹੁਣ ਨਵੇਂ ਵੀ ਕੇਸ ਆ ਰਹੇ ਨੇ ਸਾਹਮਣੇ, ਉਹਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਏਗਾ ਕਿ ਲਗਾਤਾਰ ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਮਾਰੇ ਜਾ ਰਹੇ ਨੇ ਕੇਂਦਰ ਸਰਕਾਰ ਦੇ ਰਾਹੀਂ। ਸੋ ਜੇਕਰ ਇਹ ਇਕਜੁੱਟ ਨਹੀਂ ਹੁੰਦੇ ਤਾਂ ਲਾਜ਼ਮੀ ਤੌਰ ਤੇ, ਜੇਕਰ ਪਾਰਟੀਆਂ ਸਾਂਝੇ ਤੌਰ ਤੇ ਇੱਕ ਵੱਡਾ ਘੋਲ, ਵੱਡਾ ਸੰਘਰਸ਼ ਨਹੀਂ ਲੜਦੀਆਂ, ਤਾਂ ਇਸੇ ਤਰ੍ਹਾਂ ਦੇ ਡਾਕੇ ਹੋਰ ਵੀ ਪੈਂਦੇ ਰਹਿਣਗੇ। ਇਸੇ ਤਰ੍ਹਾਂ ਪੰਜਾਬ ਨੂੰ ਹੋਰ ਜਿਹੜਾ ਹੈਗਾ ਲੁੱਟਿਆ ਤੇ ਕੁੱਟਿਆ ਜਾਏਗਾ। ਸੋ ਇਸ ਕਰਕੇ ਇਹ ਸਾਰੇ ਚੀਜ਼ ਤੋਂ ਬਚਾਉਣ ਦੇ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਵੱਖ-ਵੱਖ ਪਾਰਟੀਆਂ ਨੂੰ ਇਹ ਸਮਝਣਾ ਚਾਹੀਦਾ, ਜਿਹੜੀਆਂ ਖਾਸ ਤੌਰ ਤੇ ਜਿਹੜੀਆਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੀਆਂ ਨੇ, ਪੰਜਾਬ ਦੇ ਭਲੇ ਦੀ ਗੱਲ ਕਰਦੀਆਂ ਨੇ, ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀਆਂ ਨੇ, ਉਹਨਾਂ ਨੂੰ ਇਕੱਠੇ ਹੋ ਕੇ, ਉਹਨਾਂ ਲੋਕਾਂ ਨੂੰ ਇਕੱਠੇ ਹੋ ਕੇ, ਔਰ ਸਾਰੀਆਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ 32 ਜਥੇਬੰਦੀਆਂ ਕਿਸਾਨਾਂ ਦੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਸੀਗੀਆਂ ਔਰ ਉਹਨਾਂ ਨੇ ਅਖੀਰ ਨੂੰ ਜਿੱਤ ਪ੍ਰਾਪਤ ਕੀਤੀ, ਉਸ ਤਰ੍ਹਾਂ ਦਾ ਸੰਘਰਸ਼ ਤੁਹਾਨੂੰ ਫੇਰ ਹੋ ਸਕਦਾ ਹੈ ਕਿ ਵੱਡਾ ਸੰਘਰਸ਼ ਪੰਜਾਬ ਨੂੰ ਦੁਬਾਰਾ ਫੇਰ ਲੜਨਾ ਪਵੇ। ਕਿਉਂਕਿ ਪੰਜਾਬ ਦੀ ਵੱਡੀ ਖੂਬੀ ਇਹੀ ਹੈ ਇਸ ਵੇਲੇ, ਕਿਉਂਕਿ ਪੰਜਾਬ ਕੋਲੇ ਇੱਕ ਵੱਡਾ ਸੰਘਰਸ਼ਾਂ ਦੀ ਦਾਸਤਾਨ ਹੈ, ਸੰਘਰਸ਼ਾਂ ਦਾ ਇਤਿਹਾਸ ਹੈ ਸਾਡਾ। ਸੋ ਉਸ ਇਤਿਹਾਸ ਤੋਂ ਫਾਇਦਾ ਉਠਾਉਣਾ ਚਾਹੀਦਾ ਹੈ, ਉਸ ਸੰਘਰਸ਼ ਤੋਂ ਫਾਇਦਾ ਉਠਾ ਕੇ ਅਸੀਂ ਆਪਣਾ ਅਗਲਾ ਸੰਘਰਸ਼ ਜਿਹੜਾ ਹੈਗਾ ਉਹ ਉਲੀਕ ਸਕਦੇ ਹਾਂ ਔਰ ਇੱਕ ਚੰਗਾ ਪੰਜਾਬ ਜਿਹੜਾ ਹੈਗਾ, ਖੂਬਸੂਰਤ ਔਰ ਖੁਸ਼ਹਾਲ ਪੰਜਾਬ ਅਸੀਂ ਬਣਾ ਸਕਦੇ ਹਾਂ। ਸੁਖਵਿੰਦਰ ਆਪਣਾ ਗੁਰਪ੍ਰੀਤ ਜੀ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇਣ ਦੇ ਲਈ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਸਾਡੇ ਨਾਲ ਸਨ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ ਹੁਣ ਤੱਕ ਦੀ ਸਿਆਸੀ ਸਥਿਤੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਹੈ ਤੇ ਖਾਸ ਤੌਰ ਤੇ ਜਿੰਨੇ ਵੀ ਪੰਜਾਬ ਦੇ ਮੁੱਦੇ ਨੇ ਉਸ ਨੂੰ ਲੈ ਕੇ ਗੱਲਬਾਤ ਕੀਤੀ ਹੈ। ਤੇ ਲਗਾਤਾਰ ਜੁੜੇ ਰਹੋ ਰੋਜ਼ਾਨਾ ਲੋਕ ਨਾਲ ਟੀਵੀ ਨਾਲ। ਹੁੰਦੇ ਹੋ ਇਜਾਜ਼ਤ, ਧੰਨਵਾਦ।